अस्सलाम वालेकुम नाज़रीन, कमर अब्बास मंच ਤੁਹਾਡੀ ਖਿਦਮਤ 'ਚ ਹਾਜ਼ਰ ਆ। ਗੱਲਾਂ ਬਾਤਾਂ ਲੈ ਕੇ ਤੇ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਬਹੁਤ ਸਾਰੇ ਮਸਲੇ ਮਸਾਇਲ ਤੇ ਵੀ ਗੱਲ ਕਰੀ ਦੀ ਹੈ, ਰੋਜ਼ਮਰਰਾ ਜ਼ਿੰਦਗੀ ਦੇ ਹਾਲਾਤੋਂ ਵਾਕਿਆਤ ਤੇ ਗੱਲ ਕਰੀ ਦੀ ਹੈ। ਤੇ ਅੱਜ ਦਾ ਜਿਹੜਾ ਅਸੀਂ ਜਿਹੜੀ ਸਾਡੀ ਗੱਲਬਾਤ ਹੈ ਉਹ ਹੈਗੀ ਹੈ ਮਜ਼ਦੂਰ ਦੇ ਉੱਤੇ। ਤੇ ਮਜ਼ਦੂਰ ਦਾ ਇਸਤਹਿਸਾਲ ਪਾਕਿਸਤਾਨ ਦੇ ਵਿੱਚ ਹੱਦ ਤੋਂ ਜ਼ਿਆਦਾ ਹੋ ਰਿਹਾ, ਜਿਹਨੂੰ ਕੋਈ ਪੁੱਛਣ ਹੀ ਨਹੀਂ ਰਿਹਾ, ਜਿਹਦਾ ਕੋਈ ਪਰਸਾਨੇ ਹਾਲ ਹੀ ਨਹੀਂ। ਮਤਲਬ ਗੌਰਮੈਂਟ ਤਨਖਾਹਾਂ ਵਧਾਉਂਦੀ ਹੈ ਲੇਕਿਨ ਉਹਨਾਂ ਦੇ ਉੱਤੇ ਅਮਲ ਨਹੀਂ ਕਰਵਾਉਂਦੀ। ਹੁਣ ਮਤਲਬ ਕਹਿ ਲਓ ਕਿ ਆਪਾਂ ਜਿਸ ਜਗ੍ਹਾ ਦੇ ਉੱਤੇ ਬੈਠੇ ਹਾਂ, ਫੈਸਲਾਬਾਦ ਜਿਹੜਾ ਹੈਗਾ ਜੀ, ਸਨਅਤ ਦਾ ਹੱਬ ਹੈਗਾ, ਸਨਅਤ ਦਾ ਇੱਕ ਮਤਲਬ ਗੜ੍ਹ ਹੈਗਾ ਹੈ। ਇੱਥੇ ਇੰਡਸਟਰੀਅਲ ਏਰੀਆ, ਇੰਡਸਟਰੀਅਲ ਜ਼ੋਨ, ਟੈਕਸਟਾਈਲ ਮਿਲਸ ਦਾ ਇੱਕ ਬਹੁਤ ਵੱਡਾ ਜਾਲ ਵਿਛਿਆ। ਲੇਕਿਨ ਬਦਕਿਸਮਤੀ ਨਾਲ ਕਿ ਜਦੋਂ ਗੌਰਮੈਂਟ ਤਨਖਾਹ ਵਧਾਉਂਦੀ ਹੈ ਲੇਕਿਨ ਮਿਲ ਮਾਲਕਾਂ ਜਿਹੜੇ ਆ ਉਹ ਤਨਖਾਹ ਮਜ਼ਦੂਰ ਦੀ ਵਧਾ ਕੇ ਰਾਜ਼ੀ ਨਹੀਂ, ਤੇ ਜਿਹਨੂੰ ਚੈੱਕ ਵੀ ਨਹੀਂ ਕੀਤਾ ਜਾਂਦਾ, ਜਿਹਨੂੰ ਮਤਲਬ ਕਹਿ ਲਓ ਕਿ ਚੈੱਕ ਐਂਡ ਬੈਲੈਂਸ ਹੈ ਹੀ ਕਿਤੇ ਨਹੀਂ। ਤੇ ਫਿਰ ਅਸੀਂ ਇੱਕ ਹੋਰ ਚੀਜ਼ ਕਿ ਮੁਲਕ ਪਾਕਿਸਤਾਨ ਦੇ ਵਿੱਚ ਅਸੀਂ ਇਹ ਕਹਿੰਦੇ ਕਿ ਜੀ ਮੁਲਕ ਤਰੱਕੀ ਕਰ ਰਿਹਾ, ਲੇਕਿਨ ਮੇਰਾ ਇੱਕ ਅਦਨਾ ਜਿਹਾ ਸਵਾਲ ਹੈ ਕਿ ਮੁਲਕ ਕਿੱਥੇ ਤਰੱਕੀ ਕਰ ਰਿਹਾ ਜਦੋਂ ਤੁਹਾਡਾ ਗਰੀਬ ਹੀ ਖੁਸ਼ਹਾਲ ਨਹੀਂ, ਤੁਹਾਡਾ ਮਜ਼ਦੂਰ ਹੀ ਖੁਸ਼ਹਾਲ ਨਹੀਂ, ਉਹਦੀ ਰੋਟੀ ਦੋ ਟਾਈਮ ਦੀ ਪੂਰੀ ਨਹੀਂ ਹੁੰਦੀ, ਤੇ ਉਹ ਕਿੱਦਾਂ ਤੁਸੀਂ ਕਹਿੰਦੇ ਕਿ ਮੁਲਕ ਤਰੱਕੀ ਕਰਨ ਡਿਆ। ਤੇ ਉਹਦੇ ਤੇ ਗੱਲ ਕਰਾਂਗੇ ਗਾਏ ਬਗਾਏ ਅੱਗੇ ਜਾ ਕੇ। ਤੇ ਇੱਕ ਮਤਲਬ ਲੇਕਿਨ ਇਸ ਤੋਂ ਪਹਿਲੇ ਮਜ਼ਦੂਰ ਦੀ ਅਹਿਮੀਅਤ ਦਾ ਮੈਂ ਥੋੜਾ ਜਿਹਾ ਜ਼ਿਕਰ ਕਰਨਾ ਚਾਹਾਂਗਾ ਇਹਦੇ ਵਿੱਚ ਕਿ ਇਸਲਾਮ ਦੇ ਵਿੱਚ ਮਜ਼ਦੂਰ ਨੂੰ ਇੱਕ ਇੱਜ਼ਤ ਤੇ ਇਹਤਰਾਮ ਦਾ ਦਰਜਾ ਦਿੱਤਾ ਗਿਆ, ਤੇ ਦੂਸਰੇ ਪੇਸ਼ੇ ਜਿਹੜੇ ਆ ਤੇ ਜਿਹੜੇ ਤਬਕੇ ਹੈਗੇ ਆ ਉਹਨਾਂ ਦੀ ਹੈਸੀਅਤ ਨਾਲੋਂ ਇਹ ਘੱਟ ਨਹੀਂ ਹੈ। ਮਜ਼ਦੂਰ ਦਾ ਜਿਹੜਾ ਮਸਲਾ ਹੈ ਕੋਈ ਤਕਰੀਬਨ ਨਿਸਫ ਸਦੀ ਤੋਂ ਮਤਲਬ ਜਿਹੜਾ ਮਸਲਾ ਹੈ ਉਹ ਸ਼ੁਮਾਰ ਕੀਤਾ ਜਾਂਦਾ ਹੈ ਬਹੁਤ ਸਾਰੇ ਮਸਲਿਆਂ ਦੇ ਵਿੱਚ। ਤੇ ਦੁਨੀਆ ਦੀ ਸਾਰੀ ਬਹਾਰ ਦਰਅਸਲ ਮਜ਼ਦੂਰ ਦੇ ਨਾਲ ਹੀ ਹੈ, ਕਿਉਂਕਿ ਅਗਰ ਮਿਸਤਰੀਆਂ ਦਾ ਕੰਮ ਕਿਤੇ ਕਰਨਾ ਹੈ ਤੇ ਮਜ਼ਦੂਰ ਨੇ ਕਰਨਾ ਹੈ। ਮਕਾਨ ਬਣਾਉਣਾ ਹੈ, ਘਰ ਬਣਾਉਣਾ ਹੈ, ਸੜਕਾਂ ਬਣਾਉਣੀਆਂ, ਰੋਡ ਬਣਾਉਣੇ, ਸੋਲੰਗ ਲਾਣੀ, ਮਤਲਬ ਗਲੀਆਂ ਸਾਫ਼ ਕਰਨੀਆਂ, ਨਾਲੀਆਂ ਠੀਕ ਕਰਨੀਆਂ, ਸਾਰਾ ਮਤਲਬ ਇੱਕ ਮਜ਼ਦੂਰ ਦੀ ਇਹ ਮਿਹਨਤ ਆ। ਤੇ ਉਹ ਖੂਬਸੂਰਤੀ ਜਿਹੜੀ ਆ ਮਜ਼ਦੂਰ ਦੀ ਵਜ੍ਹਾ ਤੋਂ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਇੱਕ ਚੀਜ਼ ਦੇ ਵਿੱਚ ਰੰਗ ਭਰ ਦਿੰਦਾ ਹੈ ਮਜ਼ਦੂਰ। ਮਤਲਬ ਇਸੇ ਤਰ੍ਹਾਂ ਟੈਕਸਟਾਈਲ ਮਿੱਲਾਂ ਦੇ ਵਿੱਚ ਜਿਹੜੇ ਵਰਕਰ ਕੰਮ ਕਰ ਰਹੇ ਨੇ, ਮਜ਼ਦੂਰ ਕੰਮ ਕਰ ਰਹੇ ਨੇ, ਉਹ ਵੀ ਇੱਕ ਹੁਸਨ ਹੈਗਾ ਉਹਨਾਂ ਮਿੱਲਾਂ ਦਾ। ਕਿਉਂਕਿ ਅਗਰ ਮਜ਼ਦੂਰ ਕੰਮ ਨਹੀਂ ਕਰਨਗੇ ਤਾਂ ਉਹ ਮਿੱਲ ਜਾਂ ਫੈਕਟਰੀ ਨਹੀਂ ਗਿਣੀ ਜਾਂਦੀ। ਅਗਰ ਮਜ਼ਦੂਰ ਉੱਥੇ ਕੰਮ ਨਹੀਂ ਕਰਨਗੇ ਜਾਂ ਮਜ਼ਦੂਰ ਉੱਥੇ ਵਰਕਿੰਗ ਨਹੀਂ ਕਰਦਾ ਤੇ ਫਿਰ ਉਹਦਾ ਕੀ ਫਾਇਦਾ। ਤੇ ਇਹਦੇ ਵਿੱਚ ਬਹੁਤ ਸਾਰੇ ਮਾਮਲਾਤ ਨੇ ਕਿ ਜਿਨ੍ਹਾਂ ਨੂੰ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਇਹਦੇ 'ਚ ਇੱਕ ਸਾਡੀ ਸਿਰਫ ਮਾਮਲਾ ਜਿਹੜੇ ਸਾਡੀ ਗੌਰਮੈਂਟ ਦੇ ਹੈਗੇ ਆ ਉਹ ਇਹ ਹੈ ਜੀ ਕਿ ਅਸੀਂ ਮਤਲਬ 32,000 ਰੁਪਏ ਸੈਲਰੀ ਜਿਹੜੀ ਆ ਉਹਦਾ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ, ਔਰ ਲੇਕਿਨ ਉੱਤੇ ਅਮਲ ਕਰਵਾਉਣ ਲਈ ਕੋਈ ਮੌਸਰ ਉਹਦੇ ਤੇ ਕੋਈ ਮਤਲਬ ਕਹਿ ਲਓ ਕਿ ਕਾਰਵਾਈ ਨਹੀਂ ਹੋਈ, ਨਾ ਉਹਨੂੰ ਕੋਈ ਵਧਾ ਰਿਹਾ। ਮਿੱਲ ਮੁਲਾਜ਼ਮੀਨ ਜਿਹੜੇ ਫੈਕਟਰੀਆਂ ਦੇ ਮੁਲਾਜ਼ਮੀਨ ਆ ਉਹ ਵਿਚਾਰੇ ਰੋਣ ਰਹੇ, ਕਿਉਂਕਿ ਜਿਹੜਾ ਤੁਹਾਡਾ ਸ਼ੇਖੂਪੁਰਾ ਰੋਡ ਆ ਇਹ ਸਾਰਾ ਮਿੱਲ ਫੈਕਟਰੀ ਦੇ ਉੱਤੇ ਡਿਪੈਂਡ ਕਰਦਾ ਹੈ। ਤੇ ਇਹਦੇ 'ਚ ਬਹੁਤ ਸਾਰੇ ਮਜ਼ਦੂਰ ਮਤਲਬ ਕੰਮ ਕਰਦੇ ਨੇ, ਬਹੁਤ ਸਾਰੇ ਵਰਕਰ ਕੰਮ ਕਰਦੇ ਨੇ ਜਿਹੜੇ ਮੁਖਤਲਿਫ ਸ਼ਹਿਰਾਂ ਤੋਂ ਉੱਠ ਕੇ ਇੱਥੇ ਆਣ ਕੇ ਕੰਮ ਕਰਨ ਡਏ। ਲੇਕਿਨ ਬਦਕਿਸਮਤੀ ਨਾਲ ਕਿ ਇੱਕ 32,000 ਰੁਪਏ ਦੀ ਸੈਲਰੀ ਹੁਣ ਕੀਤੀ ਗਈ ਆ। ਹਾਲਾਂਕਿ ਅਸੀਂ ਪਾਕਿਸਤਾਨ 'ਚ ਰਹਿੰਦੇ ਹਾਂ, ਸਾਡਾ ਬਹੁਤ ਥੱਲੇ ਫਿਗਰ ਆ ਜੀ, 32,000 ਰੁਪਏ ਕੱਖ ਵੀ ਨਹੀਂ ਹੈਗਾ। ਜਿੱਦਾਂ ਦਾ 32,000 ਦਾ ਬਿੱਲ ਆਉਂਦਾ ਹੈ ਹੁਣ ਬਿਜਲੀ ਦਾ ਘਰ ਦਾ, ਤੇ ਉਹਦੇ 'ਚ ਮੈਨੂੰ ਦੱਸੋ ਕਿ ਉਹ ਕਿੱਦਾਂ ਘਰ ਦੇ ਨਿਜ਼ਾਮ ਚਲਾਏਗਾ, ਕਿਸ ਤਰ੍ਹਾਂ ਉਹ ਬੱਚਿਆਂ ਦੀ ਫੀਸ ਜਮ੍ਹਾਂ ਕਰਵਾਏਗਾ, ਕਿਸ ਤਰ੍ਹਾਂ ਉਹ ਘਰ ਦਾ ਰਾਸ਼ਨ ਚਲਾਏਗਾ। ਮਤਲਬ ਬਹੁਤ ਜ਼ਿਆਦਾ ਉਹਦੇ 'ਚ ਮੁਸ਼ਕਲ ਹੈ 32,000 'ਚ ਵੀ। ਲੇਕਿਨ ਮਸਲਾ ਤਾਂ ਇਹ ਹੈ ਕਿ ਉਹ 32,000 ਵੀ ਤਾਂ ਮਿਲੇ ਕਿ 2021 ਦੇ ਵਿੱਚ 20,000 ਹੋ ਗਈ, ਉਸ ਤੋਂ ਬਾਅਦ ਜਨਾਬ ਉਹਨੂੰ 25,000 ਦਾ ਫਿਰ ਸਾਨੂੰ ਸੁਣਨ ਨੂੰ ਮਿਲਿਆ। ਲੇਕਿਨ ਉਹ 25,000 ਰੁਪਏ ਵੀ ਨਹੀਂ, ਮਤਲਬ ਬਹੁਤ ਸਾਰੀਆਂ ਜਗ੍ਹਾ ਤੇ ਦਿੱਤਾ ਗਿਆ, ਬਹੁਤ ਸਾਰੀਆਂ ਜਗ੍ਹਾ ਤੇ ਨਹੀਂ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਹੁਣ ਮਾਰਚ ਦੇ ਵਿੱਚ ਇੱਕ ਗੈਜ਼ਟ ਨੋਟੀਫਿਕੇਸ਼ਨ ਜਿਹੜਾ ਇਹਦਾ 32,000 ਦਾ ਉਹ ਮਤਲਬ ਜਾਰੀ ਕੀਤਾ ਗਿਆ। ਲੇਕਿਨ ਬਦਕਿਸਮਤੀ ਨਾਲ ਫਿਰ ਵੇਖ ਲਓ ਕਿ ਤੁਸੀਂ ਮਿਲ ਟੈਕਸਟਾਈਲ ਮਿਲ ਦੇ ਵਿੱਚ ਤੁਸੀਂ ਉਹਨੂੰ ਮਤਲਬ ਵਿਜ਼ਿਟ ਕਰਕੇ ਵੇਖ ਲਓ, ਸਰਵੇ ਕਰਕੇ ਵੇਖ ਲਓ। ਅਸੀਂ ਬਕਾਇਦਾ ਤੌਰ 'ਤੇ ਸਰਵੇ ਕੀਤਾ ਔਰ ਬਹੁਤ ਸਾਰੇ ਦੋਸਤਾਂ ਨੇ ਸਾਨੂੰ ਕਿਹਾ ਕਿ ਯਾਰ ਇਹਦੇ 'ਤੇ ਇੱਕ ਪ੍ਰੋਗਰਾਮ ਕਰ ਦਿਓ, ਕਿਉਂਕਿ ਸੈਲਰੀਆਂ ਦੇ ਮਾਮਲੇ 'ਚ ਗਰੀਬ ਆਦਮੀ ਬਹੁਤ ਜ਼ਿਆਦਾ ਪਿਸ ਰਿਹਾ।
ਉਹਦੇ ਵਿੱਚ ਦੇਖੋ ਤੁਸੀਂ ਕਿ ਉਹ ਮਤਲਬ ਉਹਨਾਂ ਨੂੰ ਸੈਲਰੀ ਨਹੀਂ 32,000 ਦੇ ਦਿੱਤੀ ਜਾਣ ਡਈ। ਦੇਖੋ ਕਈਆਂ ਜਗ੍ਹਾ ਤੇ ਉਹ 25,000 ਵੀ ਨਹੀਂ ਕੀਤੀ ਗਈ, ਉਹ 18,000 ਸੀ। 25 21 20,000 21,000 ਫਿਰ 25,000, ਮਤਲਬ ਇਸੇ ਫਿਗਰ ਦੇ ਵਿੱਚ ਉਲਝਾ ਕੇ ਰੱਖਿਆ ਹੋਇਆ। ਲੇਕਿਨ ਮਜ਼ਦੂਰ ਦਾ ਮਸਲਾ ਪਤਾ ਕੀ ਹੈ ਜੀ, ਕਿ ਅਗਰ ਉਹ ਸਾਰੀਆਂ ਚੀਜ਼ਾਂ ਅਗਰ ਉਹ ਏਦਾਂ ਮਤਲਬ ਹੁੰਦਾ ਤੇ ਉਹ ਛੱਡ ਕੇ ਤੇ ਉਹ ਮਾਰਦਾ, ਉਹ ਕਹਿੰਦਾ ਕਿ ਠੀਕ ਹੋ ਗਿਆ ਜੀ, ਮੈਂ ਨਹੀਂ ਕਰਦਾ। ਲੇਕਿਨ ਉਹਦੀ ਮਜਬੂਰੀ ਹੈ ਕਿ ਉਹਦੇ ਬੱਚੇ ਉਹਨੂੰ ਨਜ਼ਰ ਆਉਂਦੇ, ਉਹਦੇ ਮਾਂ-ਬਾਪ ਨਜ਼ਰ ਆਉਂਦੇ, ਭੈਣ ਭਰਾ ਨਜ਼ਰ ਆਉਂਦੇ ਆ, ਤੇ ਫਿਰ ਉਹ ਮਜਬੂਰਨ ਉਹ ਕਹਿੰਦਾ ਚਲੋ ਜੋ ਲੱਭਣ ਡਿਆ ਇੱਥੇ ਆਵੇਂ ਕਰ ਲਓ। ਇਹ ਹੌਸਲਾ ਹੈਗਾ ਸਾਡੀ ਆਵਾਮ ਦੇ ਵਿੱਚ, ਮਜ਼ਦੂਰ ਦੇ ਵਿੱਚ ਇਹ ਹੌਸਲਾ ਹੈਗਾ। ਲੇਕਿਨ ਇਹਨਾਂ ਚੀਜ਼ਾਂ ਨੂੰ ਸਰ ਕਿਦੋਂ ਤੱਕ ਠੀਕ ਕੀਤਾ ਜਾਏਗਾ? ਕੌਣ ਇਹਨੂੰ ਠੀਕ ਕਰੇਗਾ? ਸਵਾਲ ਤੇ ਫਿਰ ਉਹੀ ਬਣਦਾ, ਕਿਉਂਕਿ ਰੋਜ਼ ਅਸੀਂ ਸਵਾਲ ਕਰੀਦਾ ਲੇਕਿਨ ਸਾਨੂੰ ਜਵਾਬ ਕੋਈ ਨਹੀਂ ਦਿੰਦਾ। ਔਰ ਬਕਾਇਦਾ ਤੌਰ ਤੇ ਜਵਾਬ ਇਹ ਹੀ ਦਿੱਤਾ ਜਾਂਦਾ ਕਿ ਪਾਕਿਸਤਾਨ ਡਿਸਟਰੋਏ। ਮਤਲਬ ਕੱਲ ਇੱਕ ਪ੍ਰੋਗਰਾਮ ਅਸੀਂ ਸਕੂਲ ਦੇ ਉੱਤੇ ਕੀਤਾ ਸੀ, ਤੇ ਲੇਕਿਨ ਉਹਦੇ 'ਚ ਇੱਕ ਬੰਦੇ ਨੇ ਸਾਨੂੰ ਕਮੈਂਟ ਕੀਤਾ, ਮਤਲਬ YouTube ਤੇ ਜਾ ਕੇ ਤੁਸੀਂ ਵੇਖੋ ਥੱਲੇ ਕਮੈਂਟਸ ਦੇ ਵਿੱਚ, ਕਿ ਮਤਲਬ ਬਾਹਰ ਬੈਠੇ ਲੋਕਾਂ ਨੂੰ ਕੀ ਇੰਪੈਕਟ ਜਾ ਰਿਹਾ ਸਾਡਾ, ਅਸੀਂ ਕੀ ਕਰ ਰਹੇ ਹਾਂ, ਅਸੀਂ ਕਿਸ ਤਰਫ ਨੂੰ ਜਾ ਰਹੇ ਹਾਂ। ਸੜਕਾਂ ਦਾ ਜਾਲ, ਮਤਲਬ ਇਹ ਮਤਲਬ ਤੁਸੀਂ ਹਵਾ 'ਚ ਕਸ਼ਤੀ ਚਲਾ ਦਿਓ, ਹਵਾ 'ਚ ਜਹਾਜ਼ ਚਲਾ ਦਿਓ, ਹਵਾ 'ਚ ਗੱਡੀ ਚਲਾ ਦਿਓ, ਕਾਰ ਚਲਾ ਦਿਓ, ਲੇਕਿਨ ਮਸਲਾ ਇਹ ਹੈ ਕਿ ਜਿਹੜਾ ਗਰੀਬ ਦੀ ਰੋਟੀ ਹੈ ਉਹ ਕਿਵੇਂ ਪੂਰੀ ਕਰਨੀ? ਉਹਦੇ ਲਈ ਕੋਈ ਕਿਹੜਾ ਰਿਲੀਫ ਪਲਾਨ ਹੈਗਾ, ਉਹਦੇ ਲਈ ਕੋਈ ਪੈਕੇਜ ਹੈਗਾ ਕਿ ਜਿਹੜਾ ਮਤਲਬ ਗਰੀਬ ਨੂੰ ਕਰ ਸਕੇ? ਇਹ ਜਿਹੜਾ ਤੁਸੀਂ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਜਾਂ ਅਹਿਸਾਸ ਪ੍ਰੋਗਰਾਮ ਜਾਂ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਚੱਲ ਰਹੇ ਆ, ਮਤਲਬ ਇਹ ਤੁਸੀਂ ਕਦੀ ਇਹਨੂੰ ਇੰਸਪੈਕਸ਼ਨ ਕਰਕੇ ਵੇਖਣਾ ਕਿ ਕਿਹੜੇ ਹੱਕਦਾਰ ਕੋਲ ਜਾ ਰਹੇ ਆ। ਮਤਲਬ ਉਹ ਹੱਕਦਾਰ ਹੈ ਜਿਹਨੂੰ ਜਾ ਰਹੇ ਆ, ਬਹੁਤ ਤਨਾਸਬ ਘੱਟ ਆ। ਕੋਈ 100 ਚੋਂ ਤਕਰੀਬਨ 25% ਜਾ ਰਿਹਾ ਹੋਗਾ, ਬਾਕੀ 75% ਖਾਂਦੇ ਪੀਂਦੇ ਲੋਕਾਂ ਕੋਲ ਜਾ ਰਿਹਾ। ਮਤਲਬ ਉਹ ਕਹਿ ਲਓ ਕਿ ਨਵਾਜ਼ਸ਼ਾਂ। ਤੇ ਇਹਨਾਂ ਚੀਜ਼ਾਂ ਨੂੰ ਦੇਖੋ, ਮਜ਼ਦੂਰ ਦਾ ਹੱਕ ਖਾਣਾ ਇੱਕ ਸਭ ਤੋਂ ਵੱਡਾ ਤੇ ਗੁਨਾਹ ਹੈ। ਯਾਨੀ ਕਿ ਮਜ਼ਦੂਰ ਦਾ ਜਿਹੜਾ ਸੀ, ਇਸਲਾਮ ਦੇ ਵਿੱਚ ਕਹਿੰਦੇ ਸੀ ਕਿ ਉਹਦਾ ਖੂਨ ਪਸੀਨਾ ਤੇ ਉਹਦੀ ਕੁਵਤ ਦੇ ਨਾਲ ਹੀ ਤੁਹਾਨੂੰ ਗੁਜ਼ਾਰ ਮਿਲਦੀ ਹੈ। ਉਹ ਗੱਲ ਬਿਲਕੁਲ ਸੱਚੀ ਆ। ਮੈਂ ਉਹਨੂੰ ਇਸ ਤਰ੍ਹਾਂ ਸੱਚਾ ਸਮਝਦਾ ਕਿ ਜਦੋਂ ਵਰਕਰ ਕੰਮ ਕਰਦੇ ਆ, ਐਕਸਪੋਰਟ ਹੁੰਦਾ, ਇੰਪੋਰਟ ਹੁੰਦਾ, ਮਤਲਬ ਉਹ ਸਮਾਨ ਸਾਰਾ ਜ਼ਰੇ ਮੁਬਾਦਲਾ ਜਿਹੜਾ ਪਾਕਿਸਤਾਨ ਦੇ ਵਿੱਚ ਹੀ ਲੱਗਦਾ ਹੈ ਨਾ, ਤੇ ਉਹਦੇ ਹਵਾਲੇ ਨਾਲ ਹੀ ਮਤਲਬ ਉਹਨਾਂ ਦੇ ਘਰ ਤੱਕ ਅਨਾਜ ਪਹੁੰਚਦਾ ਹੈ। ਤੇ ਇਹ ਚੀਜ਼ਾਂ ਜਿਹੜੀਆਂ ਨਾ ਜੀ, ਕਿ ਅਸੀਂ ਮਤਲਬ ਇੱਕ ਤੇ ਅਸੀਂ ਬਹੁਤ ਜ਼ਿਆਦਾ ਪਿੱਛੇ ਹਾਂ ਬਹੁਤ ਸਾਰੇ ਮੁਲਕਾਂ ਤੋਂ। ਉਹਦੇ 'ਚ ਮੈਂ ਤੁਹਾਨੂੰ ਇੱਕ ਫਿਗਰ ਇਹਦੀ ਦੱਸਾਂਗਾ ਕਿ ਜਿਹੜੇ ਬਾਕੀ ਮੁਲਕ ਆ, ਤਕਰੀਬਨ 8-10 ਮੁਲਕ ਹੈਗੇ, ਜਿਹੜੀ ਉਹਨਾਂ 'ਚ ਮਜ਼ਦੂਰ ਦਾ ਕੀ ਤਨਾਸਬ ਹੈ ਤਨਖਾਹ ਦਾ, ਤੇ ਪਾਕਿਸਤਾਨ ਕਿੱਥੇ ਖੜਾ ਹੈ। ਅਸੀਂ ਡਾਲਰ ਦੇ ਚੱਕਰ 'ਚ ਪਏ ਹੋਏ ਹਾਂ, ਅਸੀਂ ਪੈਟਰੋਲ ਦੇ ਰੇਟਸ ਦੇ ਚੱਕਰ 'ਚ ਪਏ ਹਾਂ, ਅਸੀਂ ਮਹਿੰਗਾਈ, ਬਿਜਲੀ, ਹਜੇ ਤੱਕ ਅਸੀਂ ਇਹਨਾਂ ਚੱਕਰਾਂ ਦੇ ਵਿੱਚ ਉਲਝੇ। ਤੇ ਉਲਝਿਆ ਕੌਣ ਹੈ? ਮਤਲਬ ਜਿਹੜੇ ਖਾਂਦੇ ਪੀਂਦੇ ਲੋਕ ਆ, ਮਤਲਬ ਜਿਹੜੇ ਸਰਮਾਇਆਦਾਰ ਲੋਕ ਆ, ਉਹ ਨਹੀਂ, ਸਿਰਫ ਤੁਸੀਂ ਅਸੀਂ ਮਜ਼ਦੂਰ ਉਲਝਿਆ, ਕਿਉਂਕਿ ਉਹਦੀ ਇੰਨੀ ਇਨਕਮ ਨਹੀਂ ਹੈਗੀ ਤੇ ਉਹ ਆਪਣੇ ਖਰਚੇ ਪੂਰੇ ਨਹੀਂ ਕਰ ਸਕਦਾ। ਤੇ ਉਹ ਲੋਕ ਮਤਲਬ ਜ਼ਿਆਦਾ ਗਰੋ ਅਪ ਕਰ ਰਹੇ ਆ, ਉਹਨਾਂ ਲਈ ਇਹ ਬਹੁਤ ਵੱਡਾ ਐਜ ਹੈ ਜੀ ਕਿ ਪਾਕਿਸਤਾਨ ਤਰੱਕੀ ਕਰਨ ਡਿਆ। ਲੇਕਿਨ ਮਜ਼ਦੂਰ ਨੂੰ ਨਹੀਂ ਲੱਗ ਰਿਹਾ ਕਿ ਪਾਕਿਸਤਾਨ ਤਰੱਕੀ, ਕਿਉਂਕਿ ਜਦੋਂ ਤੱਕ ਉਹਦਾ ਪੇਟ ਨਹੀਂ ਭਰਨਾ, ਉਹਦੇ ਬੱਚਿਆਂ ਦੀ ਜ਼ਰੂਰੀਅਤ ਪੂਰੀ ਨਹੀਂ ਹੋਣੀ, ਉਹਦੇ ਘਰ ਦੀਆਂ ਜ਼ਰੂਰੀਅਤ ਪੂਰੀਆਂ ਨਹੀਂ ਹੋਣੀਆਂ, ਤੇ ਉਹ ਮਤਲਬ ਤਰੱਕੀ ਨਹੀਂ ਕਰ ਰਿਹਾ। ਇਸ 'ਚ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦਾ ਇੱਕ ਮੈਂ ਹਦੀਸ ਜਿਹੜੀ ਹੈ ਉਹ ਮੈਂ ਬਿਆਨ ਕਰਨਾ ਚਾਹਾਂਗਾ कि आपने फरमाया कि हज़रत मूसा अलैहिस्सलाम ने 8 साल या 10 साल तक हज़रत शुएब अलैहिस्सलाम की मजदूरी की। तो एक बार आप सल्लल्लाहु अलैहि वसल्लम ने हज़रत हकीम बिन हज़ाम रज़ी अल्लाह तआला अन्हु से अरशाद फरमाया कि हलाल रिज़्क ਉਹ ਹੈ ਜਿਹਦੇ ਵਿੱਚ ਦੋਨੋਂ ਪੈਰ ਚੱਲਣ, ਹੱਥ ਕੰਮ ਕਰਨ ਤੇ ਪਛਾਨੀ ਅਰਕਲੂਦ ਹੋਵੇ, ਮਤਲਬ ਪਸੀਨੇ ਨਾਲ ਭਰੀ ਹੋਵੇ। ਤੇ ਮਤਲਬ ਉਹ ਹੱਕ ਹਲਾਲ ਦੀ ਰੋਟੀ ਜਿਹੜੀ ਮਜ਼ਦੂਰ ਖਾ ਰਿਹਾ, ਮਜ਼ਦੂਰ ਕਰ ਰਿਹਾ, ਲੇਕਿਨ ਉਹਨੂੰ ਉਹਦਾ ਹੱਕ ਜਿਹੜਾ, ਜਿੰਨੀ ਉਹ ਮਿਹਨਤ ਕਰ ਰਿਹਾ ਜਾਂ ਜਿੰਨਾ ਉਹ ਕੰਮ ਕਰਨ ਡਿਆ, ਉਹਨੂੰ ਉਹਦਾ ਹੱਕ ਨਹੀਂ ਦਿੱਤਾ ਜਾਣ ਡਿਆ। ਉਹਦੇ 'ਚ ਗੌਰਮੈਂਟ, ਦੇਖੋ ਅਸੀਂ ਪਿੱਟ ਮਰ ਗਏ ਹਾਂ, ਰੋਜ਼ ਅਸੀਂ ਗੌਰਮੈਂਟ ਨੂੰ ਕਹਿੰਦੇ ਹਾਂ ਕਿ ਗੌਰਮੈਂਟ ਹੈ, ਲੇਕਿਨ ਗੌਰਮੈਂਟ ਨੇ ਸ਼ਾਇਦ ਕੰਨਾਂ ਦੇ ਵਿੱਚ ਇੱਧਰੋਂ ਸੁਣਨਾ ਤੇ ਇੱਧਰੋਂ ਕੱਢ ਦੇਣਾ ਦੇ ਜਾਂ ਰੂਹ ਦਿੱਤਾ ਹੋਇਆ, ਜਿਹਦੇ ਤੇ ਕੋਈ ਅਮਲ ਹੀ ਨਹੀਂ ਕਰਵਾ ਸਕਦੇ। ਬੇਸਿਕਲੀ ਅਗਰ 32,000 ਤਨਖਾਹ ਦਿੱਤੀ ਹੈ ਜਾਂ 32,000 ਤਨਖਾਹ ਕੀਤੀ ਗਈ ਹੈ, ਤੇ ਉਹ ਹਰ ਮਜ਼ਦੂਰ ਦਾ, ਕਿਉਂਕਿ ਇਹ ਬੇਸਿਕਲੀ ਅਸੀਂ ਖੁਦ ਜਾ ਕੇ, ਬਹੁਤ ਸਾਰੇ ਲੋਕ ਸਾਨੂੰ ਕਾਲ ਕਰ ਦਿੰਦੇ ਆ ਤਨਖਾਹ ਦੇ ਮਾਮਲੇ 'ਚ। ਫਿਰ ਜੇ ਅਗਰ ਹੈ ਇਸ ਤਰ੍ਹਾਂ, ਇੱਕ ਹੋਰ ਵੀ ਮਾਮਲਾ ਜਿਹੜਾ ਬਹੁਤ ਜ਼ਿਆਦਾ ਗੰਭੀਰ ਤੇ ਬਹੁਤ ਮਸਲਾ ਉਹਦਾ ਚੱਲ ਰਿਹਾ, ਕਿ ਇਹ ਮਿੱਲਾਂ ਦੇ ਵਿੱਚ ਇੱਕ ਤੇ ਸੈਲਰੀ ਜਿਹੜੀ 2-2 3-3 ਮਹੀਨੇ ਦੀ ਸੈਲਰੀ ਨਹੀਂ ਦਿੱਤੀ ਜਾਂਦੀ। ਮਤਲਬ ਉਹ ਸਾਰਾ ਮਲਬਾ ਜਿਹੜਾ ਉਹ ਆਪਣੀ ਕਮਜ਼ੋਰੀਆਂ ਦਾ ਉਹ ਮਜ਼ਦੂਰ ਤੇ ਪਾ ਦਿੰਦੇ ਆ। ਮਜ਼ਦੂਰ ਵਿਚਾਰੇ ਇਹਤਜਾਜ ਕਰਨ ਤੇ ਮਜਬੂਰ ਆ, ਮਜ਼ਦੂਰ ਵਿਚਾਰੇ ਮਤਲਬ ਚੌਂਕਾਂ ਗਲੀਆਂ ਦੇ ਵਿੱਚ ਦਰ ਬਦਰ ਫਿਰਨ ਡਏ, ਤੇ ਕੋਈ ਉਹਨਾਂ ਦਾ ਪੁਰਸਾਨੇ ਹਾਲ ਨਹੀਂ। ਇਹ ਚੀਜ਼ਾਂ ਮਤਲਬ ਕਿਉਂ ਨਹੀਂ ਗੌਰਮੈਂਟ ਇਹਨਾਂ ਦੇ ਉੱਤੇ
कोई इंस्पैक्शन टीम बिठांदी या लेबर कोड जिहड़ी है, चलो जी लेबर कोड की गल है, बड़ी अच्छी एक पॉइंट है लेबर कोड का। लेबर कोड की करती है, लेबर कोड मतलब इन्हां दी गल सुन के राजी ने। वो की करती है, वो जनाब मिलां वाले को मंथली को लैंदी है अपना हिसाब किताब, कोई अपना हिस्सा, ठीक है जी। तो वो जनाब कोई मजदूर बेचारा कोई आवाज़ भी चुकता तो उसकी आवाज़ को दब दिता जाता। एक तो इस चीज़ को कंट्रोल किया जाए गौरमेंट, मतलब अगर कोई गौरमेंट के नुमाइंदे या कोई बंदे इन्हां गल्लां नूं सुन रहे हैं, वेख रहे हैं, तो वो इहदे ते अमल करवाउण। मतलब अगर लेबर कोड नहीं सुन रही तो फिर किधर जाना है आवाम ने, किहनूं कहना है? फिर एक जरिया बनता मीडिया। तो मीडिया फिर जो मिल की ऐसी की तैसी फेरदा या किसी की गल नूं करदा है, तो फिर जाके होश आउंदी है, फिर अखां खुलदियां कि जनाब ਇਹ चीज़ इत्थे गलत हो रही है। लिहाजा इन्हां चीज़ां नूं मतलब ऑब्जर्व किया जाए और इहदे ते कंट्रोल किया जाए। ਇਹਦੇ ਵਿੱਚ ਜੀ ਮਤਲਬ ਜਿਹੜੇ ਗਵਰਨਰ ਸਾਹਿਬ ਸੀ ਸਾਡੇ ਪੰਜਾਬ ਦੇ ਵਿੱਚ ਮਜ਼ਦੂਰ ਦੀ ਕਮ ਅਜ਼ ਕਮ ਉਜਰਤ ਮਹਾਨਾ 32,000 ਰੁਪਏ ਮੁਕਰਰ ਕੀਤੀ ਗਈ ਤੇ ਇਹਦੇ ਹਵਾਲੇ ਨਾਲ ਗਵਰਨਰ ਪੰਜਾਬ ਦੀ ਮਨਜ਼ੂਰੀ ਦੇ ਬਾਅਦ ਐਗਜ਼ਿਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਨੋਟੀਫਿਕੇਸ਼ਨ ਜਿਹੜਾ ਸੀਗਾ ਨਾ ਜੀ, ਉਹ ਕੀਤਾ ਸੈਕਟਰੀ ਮਿਨੀਮਮ ਵੇਜਸ ਬੋਰਡ ਪੰਜਾਬ ਦੇ ਵੱਲੋਂ। ਇਹ ਤੁਹਾਨੂੰ ਸਕਰੀਨ ਦੇ ਉੱਤੇ ਨਜ਼ਰ ਆਏਗਾ ਉਹ ਨੋਟੀਫਿਕੇਸ਼ਨ। ਤੇ ਇਸ ਤੋਂ ਪਹਿਲੇ 20 ਤੋਂ 25,000 ਵਧਾਉਣ ਦਾ ਵੀ ਫੈਸਲਾ ਕੀਤਾ ਗਿਆ ਸੀ। 23/2022 ਦਾ ਜਿਹੜਾ 32 ਖਰਬ 26 ਅਰਬ ਰੁਪਏ ਦਾ ਹਜਮ ਸੂਬਾਈ ਬਜਟ ਪੇਸ਼ ਕੀਤਾ ਗਿਆ ਸੀ, ਉਹਦੇ ਵਿੱਚ 15% ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਬਣਾਉਣ ਦਾ ਤੇ ਅੰਦੀਆ ਦਿੱਤਾ ਗਿਆ ਸੀ। ਮਤਲਬ ਉਹਨੂੰ ਵੀ 15%, ਲੇਕਿਨ ਸਰਕਾਰੀ ਅਗਰ ਗੱਲ ਕੀਤੀ ਜਾਵੇ, ਕਿਉਂਕਿ ਹੁਣ ਅਸੀਂ ਅਗਰ ਗੱਲ ਕਰੀਏ ਕੋਈ ਖੁੱਲੀ ਡੁੱਲੀ, ਤੇ ਉਹ ਸਰਕਾਰੀ ਮੁਲਾਜ਼ਮੀਨ ਦੇ ਹੋਰ ਵੀ ਬੜੇ ਕੋਟੇ ਆ ਜਿਨ੍ਹਾਂ ਜੋ ਪੈਸੇ ਪੂਰੇ ਕਰ ਲੈਂਦੇ ਆ। ਮੇਰੀ ਗੱਲ ਨੂੰ ਤੁਸੀਂ ਫੋਲੋ ਕਰ ਰਹੇ ਹੋਗੇ। ਲੇਕਿਨ ਜਿਹੜਾ ਮਜ਼ਦੂਰ ਬੰਦਾ ਹੈ, ਗਰੀਬ ਆਦਮੀ, ਜਿਹੜਾ ਪ੍ਰਾਈਵੇਟ ਫਰਮ ਦੇ ਵਿੱਚ ਕਿਸੇ 'ਚ ਕੰਮ ਕਰਨ ਡਿਆ, ਉਹ ਕਿੱਥੋਂ ਆਪਣੇ ਖਾਤੇ ਪੂਰੇ ਕਰੇਗਾ? ਯਾਨੀ ਇਹ ਇੰਨਾ ਕੁ ਅਸੀਂ ਪਿਸੇ ਹੋਏ ਆ ਇਸ ਸਿਸਟਮ ਦੇ ਤਹਿਤ, ਇਸ ਸਿਸਟਮ ਦੇ ਵਿੱਚ, ਕਿ ਸਾਨੂੰ ਕੋਈ ਮਤਲਬ ਆਪਣਾ ਨਹੀਂ ਲੱਗਣ ਡਿਆ। ਲੇਕਿਨ ਖੁਦਾਰਾ ਅਸੀਂ ਇਨਸਾਨ ਆ, ਸਾਨੂੰ ਇਨਸਾਨਾਂ ਦੀ ਕਦਰ ਕਰਨੀ ਚਾਹੀਦੀ ਆ, ਇਨਸਾਨੀਅਤ ਦੀ ਕਦਰ ਕਰਨੀ ਚਾਹੀਦੀ। ਜਿੱਦਾਂ ਅਸੀਂ ਆਪਣੇ ਘਰ ਨੂੰ ਵੇਖਦੇ ਹਾਂ ਕਿ ਅਸੀਂ ਵੇਖਦੇ ਕਿ ਯਾਰ ਸਾਨੂੰ ਇਹ ਚੀਜ਼ ਇਹ ਚੀਜ਼। ਜਿਹੜੇ ਸਰਮਾਇਆਦਾਰ ਲੋਕ ਆ, ਉਹ ਆਪਣੀਆਂ ਚੀਜ਼ਾਂ, ਆਪਣੀਆਂ ਜ਼ਰੂਰੀਅਤ ਪੂਰੀਆਂ ਕਰ ਲੈਂਦੇ ਕਿਉਂਕਿ ਉਹਨਾਂ ਦਾ ਬੈਂਕ ਬੈਲੈਂਸ ਆ। ਲੇਕਿਨ ਗਰੀਬ ਆਦਮੀ ਦਾ ਕੋਈ ਬੈਂਕ ਬੈਲੈਂਸ ਨਹੀਂ ਹੈਗਾ, ਉਹਨੇ ਆਪਣੀ ਤਨਖਾਹ ਦੇ ਉੱਤੇ ਹੀ ਗੁਜ਼ਾਰਾ ਕਰਨਾ। ਲੇਕਿਨ ਬਦਕਿਸਮਤੀ ਨਾਲ ਅਗਰ ਉਹਨੂੰ ਤਨਖਾਹ ਵੀ ਨਾ ਮਿਲੇ ਤੇ ਉਹਨੂੰ ਉਹਦਾ ਕੋਈ ਹੱਕ ਵੀ ਨਾ ਮਿਲੇ, ਤੇ ਫਿਰ ਉਹਨੂੰ ਕੀ ਫਾਇਦਾ ਉਸ ਮਿਹਨਤ ਮਜ਼ਦੂਰੀ ਦਾ? ਤੋ ਲਿਹਾਜ਼ਾ ਇਹਨਾਂ ਚੀਜ਼ਾਂ ਨੂੰ ਖੁਦਾ ਦੇ ਲਈ ਗੌਰਮੈਂਟ ਨੂੰ ਚਾਹੀਦਾ ਹੈ, ਜਿਹੜੀ ਲੇਬਰ ਕੋਡ ਆ ਉਹਨੂੰ ਕੋਈ ਨੋਟੀਫਿਕੇਸ਼ਨ ਜਾਰੀ ਕਰੋ, ਕੋਈ ਮਤਲਬ ਅਦਾਲਤਾਂ ਵਾ, ਕਾਨੂੰਨ ਆ, ਉਹ ਇਹਨਾਂ ਨੂੰ ਮਤਲਬ ਕਿਸੇ ਪਾਸੇ ਲਾ ਕੇ ਤੇ ਇਹ ਮਜ਼ਦੂਰ ਦਾ ਜਿਹੜਾ ਹੱਕ ਆ ਉਹਦੇ ਤੱਕ ਪਹੁੰਚਾਇਆ ਜਾਵੇ। ਅੱਛਾ, ਇੱਕ ਹੋਰ ਚੀਜ਼ ਮੈਂ ਕਰਨਾ ਚਾਹਾਂਗਾ ਕਿ ਦੁਨੀਆ ਦੇ ਨਾ ਜਨਾਬ 8-10 ਮਮਾਲਕ ਐਸੇ ਆ ਜਿੱਥੇ ਲੱਖਾਂ ਰੁਪਏ ਕਮਾਉਂਦੇ ਆ ਮਜ਼ਦੂਰ। ਤੇ ਉਹ ਮੈਂ ਇੱਕ ਲਿਸਟ ਥੋੜੀ ਜਿਹੀ ਬਣਾਈ ਹੈ, ਮੈਂ ਤੁਹਾਡੇ ਤੱਕ ਮਤਲਬ ਪਹੁੰਚਾਉਣਾ ਚਾਹਾਂਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਪਾਕਿਸਤਾਨ ਕਿੱਥੇ ਖੜਾ ਹੈ ਤੇ ਬਾਕੀ ਮੁਲਕ ਮਜ਼ਦੂਰ ਦੀ ਬਕਾ ਲਈ ਤੇ ਉਹਦੀ ਮਤਲਬ ਜਿਹੜੀ ਉਹਦੀ ਮਜ਼ਦੂਰੀ ਆ ਉਹਦੇ ਲਈ ਉਹ ਕਿੰਨੇ ਕੌਨਸ਼ੀਅਸ ਹੈ। ਤੇ ਸਭ ਤੋਂ ਪਹਿਲੇ ਮੈਂ ਨਾਂ ਲਵਾਂਗਾ ਸਵਿਟਜ਼ਰਲੈਂਡ। ਸਵਿਟਜ਼ਰਲੈਂਡ ਇੱਕ ਬੜਾ ਖੂਬਸੂਰਤ ਮੁਲਕ ਆ। ਸਮਝ ਲਓਗੇ ਬੰਦੇ ਦੇ ਜ਼ਿਹਨ 'ਚ ਹੁੰਦਾ ਕਿ ਯਾਰ ਮੈਂ ਉੱਥੇ ਸੈਰ ਕਰਕੇ ਆਵਾਂ, ਇਹ ਕਰਕੇ ਆਵਾਂ, ਉਹ ਕਰਕੇ ਆਵਾਂ, ਮਤਲਬ ਘੁੰਮਣ ਫਿਰਨ ਦਾ ਅਗਰ ਕਿਸੇ ਨੂੰ ਸ਼ੌਕ ਹੈ ਤਾਂ ਸਵਿਟਜ਼ਰਲੈਂਡ ਬੜਾ ਖੂਬਸੂਰਤ ਮੁਲਕ ਆ। ਇੱਥੇ ਇੱਕ ਮੁਲਾਜ਼ਮ ਦੀ ਔਸਤਨ ਹਰ ਮਹੀਨੇ 5 ਲੱਖ ਤਨਖਾਹ ਮਿਲਦੀ ਹੈ ਜੀ। ਯਾਨੀ ਸਵਿਟਜ਼ਰਲੈਂਡ ਦੇ ਵਿੱਚ ਇੱਕ ਮਜ਼ਦੂਰ ਦੀ ਜਿਹੜੀ ਔਸਤਨ ਤਨਖਾਹ ਹੈ ਨਾ ਜੀ, ਹਰ ਮਹੀਨੇ 5 ਲੱਖ ਰੁਪਈਆ ਜੀ। ਤੇ ਇਸ ਕਰਕੇ ਇਹਨੂੰ ਜੌਬ ਦੇ ਲਈ ਨਾ, ਮਤਲਬ ਪੂਰੀ ਦੁਨੀਆ ਦੇ ਵਿੱਚ ਇਹਨੂੰ ਕਿਹਾ ਜਾਂਦਾ ਡ੍ਰੀਮ ਡੈਸਟੀਨੇਸ਼ਨ। ਡ੍ਰੀਮ ਡੈਸਟੀਨੇਸ਼ਨ ਮਤਲਬ ਖਾਬਾਂ ਦੀ ਤਕਮੀਲ। ਯਾਨੀ ਸਵਿਟਜ਼ਰਲੈਂਡ ਜਾ ਕੇ ਤੁਸੀਂ ਸੈਰ ਵੀ ਕਰੋ, ਖੂਬਸੂਰਤੀ ਵੀ ਦੇਖੋ, ਤੇ ਜੇ ਅਗਰ ਮਜ਼ਦੂਰੀ ਕਰੋ ਤੇ 5 ਲੱਖ ਰੁਪਈਆ ਮਜ਼ਦੂਰ ਦੀ ਤਨਖਾਹ ਹੈ ਮਹੀਨੇ ਦੀ। ਅੱਛਾ ਜੀ, ਅੱਛਾ ਅੱਗੇ ਆ ਜਾਂਦੇ ਹਾਂ ਜੀ। ਦੂਸਰਾ ਮੁਲਕ ਜਿਹੜਾ ਲੈਕਸਮਬਰਗ, ਯੂਰਪ ਦਾ ਇੱਕ ਛੋਟਾ ਜਿਹਾ ਮੁਲਕ ਆ ਤੇ ਇਹਦੇ ਵਿੱਚ ਜਨਾਬ ਮੁਲਾਜ਼ਮਤ ਦੇ ਲਿਹਾਜ਼ ਨਾਲ ਬਹੁਤ ਸਾਰੇ ਲੋਕਾਂ ਦਾ ਇੰਤਖਾਬ ਹੈ ਇਹ ਮੁਲਕ, ਕਿਉਂਕਿ ਇੱਥੇ ਔਸਤਨ ਇੱਕ ਮੁਲਾਜ਼ਮ ਨੂੰ 48 ਲੱਖ ਰੁਪਏ ਸਾਲਾਨਾ ਤਨਖਾਹ ਦਿੱਤੀ ਜਾਂਦੀ ਹੈ। 48 ਮਤਲਬ ਇਹਨੂੰ ਤੁਸੀਂ ਐਵਰੇਜ ਵਾਈਜ਼ ਕਰ ਲਓ 12 ਮਹੀਨਿਆਂ ਦੇ 48 ਲੱਖ ਰੁਪਈਆ ਸਾਲਾਨਾ ਤਨਖਾਹ ਜਿਹੜੀ ਹੈ ਨਾ ਜੀ, ਉਹ ਦਿੱਤੀ ਜਾਂਦੀ ਹੈ। ਤੇ ਇੱਥੇ ਜਿਹੜੇ ਟਰੱਕ ਡਰਾਈਵਰ ਆ ਉਹ ਵੀ ਲੱਖਾਂ ਰੁਪਈਆ ਕਮਾਉਂਦੇ ਨੇ। ਤੇ ਅਗਲਾ ਮੁਲਕ ਹੈ ਜੀ ਸਿੰਗਾਪੁਰ। ਹਾਂਜੀ, ਸਿੰਗਾਪੁਰ ਨੂੰ ਰਹਿਣ ਲਈ ਬਹੁਤ ਅੱਛਾ ਮੁਲਕ ਕਿਹਾ ਜਾਂਦਾ।
ਤੇ ਇਹਦੇ ਇਲਾਵਾ ਜਿਹੜੀ ਤਨਖਾਹ ਦੇ ਲਿਹਾਜ਼ ਨਾਲ ਇਹਦਾ ਸ਼ੁਮਾਰ ਦੁਨੀਆ ਦੇ ਵਿੱਚ ਸਰੇ ਫਹਿਰਸਤ। ਹਿੰਦੁਸਤਾਨੀਆਂ ਦੀ ਇੱਕ ਬੜੀ ਤਾਦਾਦ ਜਿਹੜੀ ਹੈ ਜੀ, ਇੱਕ ਬੜੀ ਤਾਦਾਦ ਇੱਥੇ ਕੰਮ ਕਰਦੀ ਹੈ, ਤੇ ਇੱਥੇ ਔਸਤਨ ਜਿਹੜੀ ਇੱਕ ਮੁਲਾਜ਼ਮ ਦੀ ਤਨਖਾਹ ਇੱਕ ਮਹੀਨੇ ਦੀ ਹੈ ਨਾ ਜੀ, ਉਹ 5 ਲੱਖ ਰੁਪਏ। ਮਤਲਬ ਮੁਲਾਜ਼ਮ ਦੀ ਤਨਖਾਹ 5 ਲੱਖ ਰੁਪਏ ਦੀ ਜਾਂਦੀ, ਦਈ ਜਾਂਦੀ ਜੀ 5 ਲੱਖ ਰੁਪਏ ਸਿੰਗਾਪੁਰ ਦੇ ਵਿੱਚ। ਤੇ ਇਸੇ ਤਰ੍ਹਾਂ ਅਮਰੀਕਾ, ਇੱਕ ਆਮ ਮੁਲਾਜ਼ਮ ਦੀ ਤਨਖਾਹ ਜਿਹੜੀ ਹੈ ਨਾ, ਜਿਹੜਾ ਅਮਰੀਕਾ ਹੈ ਜੀ, ਉਹ ਦਿੰਦਾ ਹੈ ਔਸਤਨ 34 ਲੱਖ ਸਾਲਾਨਾ। ਮਤਲਬ 34 ਲੱਖ ਰੁਪਇਆ ਸਾਲਾਨਾ ਜਿਹੜਾ ਇੱਕ ਮੁਲਾਜ਼ਮ ਹੈ ਨਾ ਜੀ, ਉਹ ਕਮਾਉਂਦਾ ਹੈ। ਤੇ ਇਹਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਮਾਸ਼ੀਅਤ ਹੋਣੇ ਦੀ ਵਜ੍ਹਾ ਤੋਂ ਅਮਰੀਕਾ ਦਾ ਫੀ ਕਸ ਆਮਦਨੀ ਦਾ ਬਹੁਤ ਜ਼ਿਆਦਾ ਹੈ। ਮਤਲਬ ਇਹਦੀ ਮਾਸ਼ੀਅਤ ਵੀ ਬਹੁਤ ਵੱਡੀ ਹੈ ਅਮਰੀਕਾ ਦੀ, ਲੇਕਿਨ ਮਤਲਬ ਇਹ ਤੁਹਾਨੂੰ ਮੈਂ ਫਰਕ ਦੱਸ ਰਿਹਾ ਪਾਕਿਸਤਾਨ ਤੇ ਬਾਹਰ ਦੇ ਮੁਲਕਾਂ ਦਾ। ਤੇ ਅੱਗੇ ਆ ਜਾਓ ਜੀ ਆਈਸਲੈਂਡ। ਆਈਸਲੈਂਡ ਦਾ ਜੀ ਇੱਥੇ ਔਸਤਨ ਮੁਲਾਜ਼ਮ ਨੂੰ 3 ਲੱਖ ਰੁਪਈਆ ਤਨਖਾਹ ਦਿੱਤੀ ਜਾਂਦੀ ਹੈ, ਤੇ ਹੋਰ ਸ਼ਹਿਰੀਆਂ ਨੂੰ ਬਹੁਤ ਸਾਰੀਆਂ ਸਹੂਲੀਅਤ ਦਿੱਤੀਆਂ ਜਾਂਦੀਆਂ, ਲੇਕਿਨ ਇੱਥੇ 3 ਲੱਖ ਰੁਪਈਆ ਜੀ ਮੁਲਾਜ਼ਮ ਨੂੰ ਔਸਤਨ ਮਹੀਨੇ ਦੀ ਜਿਹੜੀ ਤਨਖਾਹ ਹੈ ਨਾ, 3 ਲੱਖ ਰੁਪਈਆ ਦਿੱਤੀ। ਇਸੇ ਤਰ੍ਹਾਂ ਡੈਨਮਾਰਕ, ਜਿੱਥੇ ਜ਼ਿੰਦਗੀ ਦਾ ਮਿਆਰ ਯਕੀਨੀ ਤੌਰ ਤੇ ਬਿਹਤਰ ਹੈ, ਇੱਥੇ ਲੋਕਾਂ ਨੂੰ 38 ਲੱਖ ਸਾਲਾਨਾ ਤਨਖਾਹ ਮਿਲਦੀ ਜੀ, 38 ਲੱਖ ਰੁਪਈਆ ਸਾਲਾਨਾ। ਗਲੋਬਲ ਸਿਟੀ ਲੈਂਡ ਦੇ ਤੌਰ ਤੇ ਨੈਦਰਲੈਂਡ ਨੂੰ ਪਛਾਣਿਆ ਜਾਂਦਾ। ਨੈਦਰਲੈਂਡ, ਦੁਨੀਆ ਵਿੱਚ ਲੋਕ, ਇੱਥੇ ਬਹੁਤ ਸਾਰੇ ਲੋਕ ਕੰਮ ਕਰਨਾ ਚਾਹੁੰਦੇ ਆ ਦੁਨੀਆ ਤੋਂ, ਤੇ ਇੱਥੇ ਦੇ ਮੁਲਾਜ਼ਮ ਨੂੰ ਔਸਤਨ 40 ਲੱਖ ਰੁਪਏ ਸਾਲਾਨਾ ਤਨਖਾਹ ਦਿੱਤੀ ਜਾਂਦੀ। 40 ਲੱਖ ਸਾਲਾਨਾ ਔਸਤਨ ਤਨਖਾਹ ਦਿੱਤੀ ਜਾਂਦੀ। ਮਤਲਬ ਇਹਨਾਂ ਨੂੰ ਤੁਸੀਂ ਇਹ ਸਾਲਾਨਾ ਦੀ ਜਿਹੜੀ ਔਸਤ ਦੇ ਹਿਸਾਬ ਨਾਲ ਤੁਸੀਂ 12 ਮਹੀਨਿਆਂ ਨੂੰ ਪਾਓਗੇ ਨਾ, ਤਾਂ ਤੁਹਾਨੂੰ ਸਮਝ ਆ ਜਾਏਗੀ ਕਿ ਮਹੀਨੇ ਦੀ ਕੀ ਤਨਖਾਹ ਬਣਦੀ ਹੈ। ਇਸੇ ਤਰ੍ਹਾਂ ਬੈਲਜੀਅਮ ਦੇ ਵਿੱਚ ਜੀ ਤਨਖਾਹ ਚੰਗੀ ਮਿਲਦੀ ਹੈ। ਬੈਲਜੀਅਮ ਇੱਕ ਛੋਟਾ ਜਿਹਾ ਮੁਲਕ, ਮਤਲਬ ਰਕਬੇ ਦੇ ਲਿਹਾਜ਼ ਨਾਲ ਇੱਕ ਬਹੁਤ ਛੋਟਾ ਜਿਹਾ ਮੁਲਕ ਹੈ ਜੀ। ਇੱਥੇ ਦੇ ਮੁਲਾਜ਼ਮੀ ਨੂੰ ਔਸਤਨ 40 ਲੱਖ ਰੁਪਈਆ ਸਾਲਾਨਾ, 40 ਲੱਖ ਰੁਪਈਆ ਸਾਲਾਨਾ ਤਨਖਾਹ ਮਿਲਦੀ ਹੈ ਜੀ। ਮਸ਼ਹੂਰ ਨਾਰਵੇ, ਮਤਲਬ ਸਮਾਜੀ ਬਹਿਬੂਦ ਲਈ ਮਸ਼ਹੂਰ ਨਾਰਵੇ ਜਿਹੜਾ ਮੁਲਕ ਹੈ ਜੀ, ਇੱਥੇ ਇੱਕ ਮੁਲਾਜ਼ਮ ਨੂੰ ਸਾਲਾਨਾ 37 ਲੱਖ ਰੁਪਈਆ ਤਨਖਾਹ ਮਿਲਦੀ ਹੈ। ਤੁਸੀਂ ਅੰਦਾਜ਼ਾ ਕਰ ਲਓ ਕਿ ਪਾਕਿਸਤਾਨ 32,000, 20,000, 18,000 ਇੱਥੇ ਹਜ਼ਾਰਾਂ 'ਚ ਫਸਿਆ ਹੋਇਆ। ਉਹਦੀ ਇੱਕ ਵਜ੍ਹਾ, ਰੀਜ਼ਨ ਕੀ ਹੈ ਕਿ ਉਹ ਮੁਲਕ, ਮਤਲਬ ਉਹ ਕਿਉਂ ਤਰੱਕੀ ਕਰ ਗਏ, ਉਹਨਾਂ ਕੋਲ ਕੀ ਸਟ੍ਰੈਟੇਜੀ ਸੀ, ਉਹਨਾਂ ਕੋਲ ਕੀ ਇਕੋਨਮੀ ਸੀ, ਮਾਸ਼ੀਅਤ ਉਹਨਾਂ ਦੀ ਕਿੱਥੇ ਖੜੀ ਹੈ। ਲੇਕਿਨ ਪਾਕਿਸਤਾਨ ਇੱਕ ਜ਼ਖਾਇਰ ਦਾ ਭਰਿਆ ਮੁਲਕ ਹੈ ਜੀ। ਪਾਕਿਸਤਾਨ 'ਚ ਬਹੁਤ ਜ਼ਿਆਦਾ ਕੋਇਲਾ, ਗੈਸ, ਮਤਲਬ ਬਹੁਤ ਸਾਰੇ ਜ਼ਖਾਇਰ ਹੈ ਜੀ ਪਾਕਿਸਤਾਨ 'ਚ, ਕੁਦਰਤੀ। ਲੇਕਿਨ ਪਾਕਿਸਤਾਨ ਸਭ ਤੋਂ ਗਰੀਬ ਨਜ਼ਰ ਆ ਰਿਹਾ ਜੀ ਇਸ ਟਾਈਮ। ਇੰਡੀਆ ਦੇ ਵਿੱਚ ਵੀ, ਮੈਂ ਉਹ ਭੁੱਲ ਗਿਆ ਜੀ, ਮੈਂ ਇੰਡੀਆ ਦਾ ਦੱਸਣਾ ਚਾਹਾਂਗਾ। ਇੰਡੀਆ ਦੇ ਵਿੱਚ ਵੀ 1 ਲੱਖ ਰੁਪਈਆ ਤਨਖਾਹ ਤੇ ਹੈ ਮਜ਼ਦੂਰ ਮੁਲਾਜ਼ਮ ਦੀ। 1 ਲੱਖ ਰੁਪਈਆ ਤਨਖਾਹ ਬਹੁਤ ਮੰਨੀ ਜਾਂਦੀ। ਤੇ ਟਰੱਕ ਡਰਾਈਵਰ ਜਿਹੜੇ ਆ, ਡਰਾਈਵਰ ਹਜ਼ਰਾਤ, ਉਹ ਬਹੁਤ ਜ਼ਿਆਦਾ ਕਮਾਉਂਦੇ ਆ। ਅਕਸਰ ਇਹ ਗੱਲ ਕਰਨ ਦਾ ਕਿ ਅਸੀਂ ਸਾਰੇ ਮੁਲਕਾਂ ਨਾਲੋਂ ਪਿੱਛੇ ਹਾਂ। ਇਹਦੀ ਵਜ੍ਹਾ ਕੀ ਹੈ? ਮਤਲਬ ਸਾਡੀਆਂ ਗਲਤੀਆਂ, ਆਵਾਮ ਦੀਆਂ ਗਲਤੀਆਂ, ਕਿ ਜਿਹੜੇ ਹੁਕਮਰਾਨ ਆ ਸਾਡੇ ਆਉਂਦੇ, ਸਾਡੇ ਤੇ ਮੁਸੱਲਤ ਕੀਤੇ ਜਾਂਦੇ, ਉਹ ਆਪਣੀਆਂ ਜੇਬਾਂ ਭਰਦੇ ਆ, ਬਾਹਰ ਚਲ ਜਾਂਦੇ, ਤੇ ਮਜ਼ਦੂਰ ਜਾਂ ਆਮ ਬੰਦਾ ਜਾਂ ਗਰੀਬ ਆਦਮੀ ਉੱਦਾਂ ਹੀ ਰੋਂਦਾ ਕਰਲੋਤਾ ਰਹਿ ਜਾਂਦਾ। ਆਖਰ ਕਦੋਂ ਤੱਕ ਅਸੀਂ ਇਸ ਜੰਜਾਲ 'ਚ ਫਸੇ ਰਹਾਂਗੇ? ਕਦੋਂ ਤੱਕ ਅਸੀਂ ਇਸ ਸੁਨਹਿਰੇ ਖਾਬਾਂ ਦੀ ਜਿਹੜੀ ਤਕਮੀਲ ਆ, ਉਹਦੇ ਤੱਕ ਜ਼ਿੰਦਾ ਰਹਾਂਗੇ ਕਿ ਨਹੀਂ ਜ਼ਿੰਦਾ ਰਹਾਂਗੇ? ਕਿਉਂਕਿ ਇਹਨਾਂ ਗੁਰਬਤ ਦੀ ਵਜ੍ਹਾ ਤੋਂ ਬਿਮਾਰੀਆਂ ਦਾ ਤਨਾਸਬ ਵੀ ਵੱਧ ਗਿਆ। ਕੋਈ ਪਤਾ ਨਹੀਂ ਲੱਗਦਾ ਬੰਦਾ ਕਿਸ ਟਾਈਮ ਦੁਨੀਆ ਤੋਂ ਕੂਚ ਕਰ ਜਾਏ, ਸਿਰਫ ਇਸੇ ਆਸਤੇ ਕਿ ਤਰੱਕੀ ਹੋਊਗੀ ਪਾਕਿਸਤਾਨ 'ਚ। ਲੇਕਿਨ ਨਹੀਂ, ਮੁਸ਼ਕਲ ਆ, ਕਿਉਂਕਿ ਜਿੱਦਾਂ ਦੇ ਹਾਲਾਤ ਆ, ਹਜੇ ਅਸੀਂ ਬਹੁਤ ਪਿੱਛੇ ਆ ਸਰ। ਲੋਕ 5-5 ਲੱਖ ਰੁਪਈਆ, 4-4, 3-3 ਲੱਖ ਰੁਪਇਆ, ਦੂਸਰੇ ਮੁਲਕਾਂ 'ਚ ਲੱਖ ਰੁਪਇਆ ਸਾਡਾ ਹਮਸਾਇਆ ਮੁਲਕ। ਮਤਲਬ ਅਸੀਂ ਕੀ ਦੇ ਰਹੇ ਹਾਂ? ਅਸੀਂ ਹਜੇ ਜ਼ਰਬਾਂ ਤਕਸੀਮਾਂ 'ਚ ਫਸੇ ਹਾਂ। ਤੇ ਸਰ, ਮਤਲਬ ਇਹ ਜ਼ਿਆਦਤੀ ਹੈ। ਅਸੀਂ ਸਿਰਫ ਆਵਾਜ਼ ਚੱਕ ਸਕਦੇ ਹਾਂ, ਅਸੀਂ ਇਹਦੇ ਤੇ ਗੱਲ ਕਰ ਸਕਦੇ ਹਾਂ, ਅਸੀਂ ਤੁਹਾਡੀ ਤਰਜਮਾਨੀ ਕਰ ਸਕਦੇ ਹਾਂ। ਜਿਹੜੇ ਸਾਨੂੰ ਵੀਵਰਸ ਦੇਖ ਰਹੇ ਆ, ਜਿਹੜਾ ਮਜ਼ਦੂਰ ਬੰਦਾ ਖਸੂਸਨ ਵੇਖ ਰਿਹਾ ਸਾਨੂੰ, ਅਸੀਂ ਉਹਦੀ ਤਰਜਮਾਨੀ ਕਰ ਸਕਦੇ। ਮਤਲਬ ਹੋਰ ਸਾਡੇ ਕੋਲ ਕੋਈ ਐਸਾ ਹਥਿਆਰ ਨਹੀਂ ਹੈ, ਕੋਈ ਐਸਾ ਆਲਾ ਨਹੀਂ ਕਿ ਅਸੀਂ ਉਹਦੇ ਤੇ ਅਮਲ ਕਰਵਾ ਦਈਏ। ਸਿਰਫ ਇੱਕ ਆਵਾਜ਼ ਚੱਕੀ ਜਾ ਸਕਦੀ ਹੈ, ਤੇ ਇਹ ਵੀ ਜਦੋਂ ਤੱਕ ਆਵਾਜ਼ ਹੈ, ਇਨਸ਼ਾਅੱਲਾ ਤੁਹਾਡੇ ਲਈ ਆਵਾਜ਼ ਚੱਕਦੇ ਰਵਾਂਗੇ, ਤੇ ਤੁਹਾਡੀ ਫਾਈਟ, ਤੁਹਾਡੀ ਲੜਾਈ ਕਰਦੇ ਰਵਾਂਗੇ। ਕਿਤੇ ਤੇ ਕਿਸੇ ਜਗ੍ਹਾ ਦੇ ਤੇ ਆਣ ਕੇ ਇਹਨਾਂ ਦਾ ਅਸਰ ਹੋਏਗਾ।
ਸਿਰਫ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸ ਵੀਡੀਓ ਕਲਿੱਪ ਦੇ ਜ਼ਰੀਏ ਜਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਅਸੀਂ ਉਹ ਚੀਜ਼ ਮਤਲਬ ਆਵਾਮ ਦੀ ਜ਼ਾਹਰ ਕਰੀਏ ਜਿੱਥੇ ਉਹ ਪਰੇਸ਼ਾਨ ਆ, ਜਿੱਥੇ ਉਹ ਮਤਲਬ ਬਹੁਤ ਸਾਰੇ ਲੋਕ ਤੁਸੀਂ ਆਵਾਜ਼ ਚੱਕ ਸਕਦੇ ਹੋਗੇ, ਮੈਂ ਚੱਕ ਸਕਦਾ ਹਾਂ, ਲੇਕਿਨ ਬਹੁਤ ਸਾਰੇ ਲੋਕ ਐਸੇ ਆ ਜਿਹੜੇ ਆਵਾਜ਼ ਨਹੀਂ ਚੱਕ ਸਕਦੇ ਤੇ ਉਹਨਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਇਨਸ਼ਾਅੱਲਾ ਇਸੇ ਤਰ੍ਹਾਂ ਜਦੋਂ ਤੱਕ ਸਾਹ ਨੇ, ਜਦੋਂ ਤੱਕ ਜ਼ਿੰਦਗੀ ਹੈ, ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਆਵਾਜ਼ ਬਣੀਏ। ਤੇ ਇਹ ਚੀਜ਼ਾਂ ਮਤਲਬ ਅਸੀਂ ਬਹੁਤ ਸਾਰੇ ਮਾਮਲਾਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਬਹੁਤ ਪਿੱਛੇ ਲੈ ਗਏ ਹਾਂ। ਮਤਲਬ ਇਹਦਾ ਕਸੂਰਵਾਰ ਕੌਣ ਆ, ਇਹੀ ਸਵਾਲ ਮੇਰਾ ਹਰ ਪ੍ਰੋਗਰਾਮ 'ਚ ਰਹਿੰਦਾ ਹੈ ਕਿ ਕੌਣ ਕਸੂਰਵਾਰ ਹੈ। ਤੇ ਅਸੀਂ ਸਿਰਫ ਅਜੇ ਫਸੇ ਹਾਂ ਜਨਾਬ ਸਿਆਸਤ ਦੇ ਵਿੱਚ। ਅਸੀਂ ਉਹ ਸਿਆਸਤਦਾਨ ਨਹੀਂ ਠੀਕ, ਉਹ ਸਿਆਸਤਦਾਨ, ਉਹ ਲੀਡਰ ਨਹੀਂ, ਆ ਫਲਾਂ, ਤੇ ਅਸੀਂ ਬੇਵਕੂਫ ਆਵਾਮ, ਜਿਹੜੀ ਸਾਡੀ ਬੇਵਕੂਫ ਆਵਾਮ, ਮੈਂ ਇਨਕਲੂਡ, ਕਿ ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਲੀਡਰਾਂ ਲਈ ਲੜਨ ਡਏ, ਮਰਨ ਡਏ, ਝਗੜਨ ਡਏ ਹਾਂ, ਤਾਂ ਆਵਾਮ ਆਪਣਾ ਬੇੜਾ ਗਰਕ ਖੁਦ ਕਰ ਰਹੀ। ਤੇ ਇਹ ਤੁਸੀਂ ਸੋਚੋ, ਇਹ ਲੰਮਾ ਫਿਕਰੀਆ ਹੈ ਔਰ ਅਸੀਂ ਕਿਸ ਸਿਮਤ 'ਚ ਆਉਣਾ ਹੈ ਤੇ ਅਸੀਂ ਕੀ ਕਰਨਾ ਹੈ, ਇਹ ਅਸੀਂ ਤੁਸੀਂ ਮਿਲ ਕੇ ਫੈਸਲਾ ਕਰਨਾ। ਤੇ ਅਗਲੇ ਪ੍ਰੋਗਰਾਮ ਤੱਕ ਕਮਰ ਅब्बास ਮਾਝੀ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।